ਪਿਆਰੇ ਵਿਦਿਆਰਥੀਓ, ਮੈਂ ਵਰਿੰਦਰ ਸਿੰਘ, ਸਾਇੰਸ ਅਧਿਆਪਕ, ਸਰਕਾਰੀ ਹਾਈ ਸਕੂਲ ਭਰਪੂਰਗੜ੍ਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਮੇਰੇ ਨਾਲ ਨੇ ਮੇਰੇ ਸਾਥੀ ਬਲਜੀਤ ਸਿੰਘ, ਸਾਇੰਸ ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ, ਅਮਲੋਹ, ਫਤਿਹਗੜ੍ਹ ਸਾਹਿਬ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਨੇ ਜਮਾਤ 10ਵੀਂ ਦੇ ਅਧਿਆਏ ਤੱਤਾਂ ਦਾ ਵਰਗੀਕਰਨ ਉਸ ਵਿੱਚ ਮੈਂਡਲੀਵ ਆਵਰਤੀ ਸਾਰਣੀ ਬਾਰੇ ਪੜ੍ਹਨਾ ਹੈ ਅਤੇ ਇਸ ਵਿੱਚ ਆਪਾਂ ਨੇ ਅੱਜ ਇਸ ਦੀ ਮੁੱਢਲੀ ਜਾਣਕਾਰੀ ਬਾਰੇ, ਇਸ ਦੀ ਵਿਆਖਿਆ ਬਾਰੇ, ਇਸ ਦੀ ਪ੍ਰਾਪਤੀਆਂ ਬਾਰੇ ਅਤੇ ਸੀਮਾਵਾਂ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਵਿਦਿਆਰਥੀਓ, ਮੈਂਡਲੀਵ ਦਾ ਪੂਰਾ ਨਾਮ ਡਮਿਤਰੀ ਇਵਾਨੋਵਿਚ ਮੈਂਡਲੀਵ ਸੀ। ਉਹ ਇੱਕ ਰੂਸੀ ਰਸਾਇਣ ਵਿਗਿਆਨੀ ਸਨ ਜਿਨ੍ਹਾਂ ਦਾ ਜਨਮ 1834 ਈਸਵੀ ਵਿੱਚ ਹੋਇਆ ਸੀ। ਉਸ ਨੂੰ ਆਵਰਤੀ ਨਿਯਮ ਤਿਆਰ ਕਰਨ ਅਤੇ ਤੱਤਾਂ ਦੀ ਸਾਰਣੀ ਦਾ ਦੂਰਅੰਦੇਸ਼ੀ ਰੂਪਾਂਤਰ ਬਣਾਉਣ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਉਹਨਾਂ ਨੇ ਆਵਰਤੀ ਨਿਯਮ ਦੀ ਵਰਤੋਂ ਨਾ ਸਿਰਫ ਕੁਝ ਜਾਣੇ ਪਛਾਣੇ ਤੱਤ ਪਰਮਾਣੂ ਪੁੰਜ ਦੀਆਂ ਵਿਸ਼ੇਸ਼ਤਾਵਾਂ ਨੂੰ ਦਰੁਸਤ ਕਰਨ ਲਈ ਕੀਤਾ, ਬਲਕਿ ਉਹਨਾਂ ਤੱਤਾਂ ਦੀਆਂ ਵਿਸ਼ੇਸ਼ਤਾਵਾਂ ਦਾ ਅੰਦਾਜ਼ਾ ਲਾਉਣ ਲਈ ਵੀ ਕੀਤਾ ਜਿਨ੍ਹਾਂ ਦੀ ਖੋਜ ਹਲੇ ਕੀਤੀ ਜਾਣੀ ਬਾਕੀ ਸੀ। ਤੱਤਾਂ ਦੇ ਵਰਗੀਕਰਨ ਦਾ ਮੁੱਖ ਸਿਹਰਾ ਉਹਨਾਂ ਨੂੰ ਹੀ ਜਾਂਦਾ ਹੈ। ਉਹ ਇੰਨੇ ਮਹਾਨ ਵਿਗਿਆਨੀ ਸਨ ਕਿ ਉਹਨਾਂ ਦੇ ਬਹੁਤ ਸਾਰੇ ਬੁੱਤ ਦੁਨੀਆ ਭਰ ਵਿੱਚ ਸਥਾਪਿਤ ਕੀਤੇ ਹੋਏ ਹਨ। ਫੋਟੋ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਉਹਨਾਂ ਦੀ ਸਾਰਣੀ ਦੇ ਨਾਲ ਉਹਨਾਂ ਦਾ ਇੱਕ ਸਟੈਚੂ ਸਥਾਪਿਤ ਕੀਤਾ ਹੋਇਆ ਹੈ। ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੀ ਮਹੱਤਵਪੂਰਨ ਜਾਣਕਾਰੀ ਹੋਵੇਗੀ ਜੋ ਉਹਨਾਂ ਨੇ ਇਸ ਵਿਗਿਆਨ ਨੂੰ ਦਿੱਤੀ ਹੋਈ ਸੀ। ਇਸ ਤਸਵੀਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਸਟੈਚੂ ਸਥਾਪਿਤ ਕੀਤੇ ਹੋਏ ਹਨ। ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ ਕਿ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਇੱਕ ਤੱਤ ਹੈ ਜਿਸ ਦਾ ਪਰਮਾਣੂ ਅੰਕ 101 ਹੈ। ਉਸ ਦਾ ਨਾਮ ਵੀ ਮੈਂਡਲੀਵ ਦੇ ਨਾਮ ਦੇ ਉੱਤੇ ਰੱਖਿਆ ਹੋਇਆ ਹੈ। ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਤੱਤ ਜਿਸ ਦਾ ਪਰਮਾਣੂ ਅੰਕ 101 ਹੈ ਉਸ ਦਾ ਪੂਰਾ ਨਾਮ ਮੈਂਡਲੀਵੀਅਮ ਹੈ ਅਤੇ ਉਸ ਦਾ ਨਾਮ ਵੀ ਇਸ ਮਹਾਨ ਵਿਗਿਆਨੀ ਦੇ ਨਾਮ ਦੇ ਉੱਤੇ ਹੀ ਰੱਖਿਆ ਹੋਇਆ ਸੀ। ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੇ ਮਹਾਨ ਵਿਗਿਆਨੀ ਰਹੇ ਹੋਣਗੇ ਅਤੇ ਉਹਨਾਂ ਨੇ ਕਿੰਨੀਆਂ ਮਹੱਤਵਪੂਰਨ ਜਾਣਕਾਰੀ ਆਪਣੇ ਵਿਗਿਆਨ ਨੂੰ ਦਿੱਤੀ ਹੋਵੇਗੀ। ਇਹਨਾਂ ਦੁਆਰਾ ਸੁਝਾਈ ਤੱਤਾਂ ਦੀ ਤਰਤੀਬ ਨੂੰ ਮੈਂਡਲੀਵ ਦੀ ਆਵਰਤੀ ਸਾਰਣੀ ਕਿਹਾ ਜਾਂਦਾ ਹੈ। ਆਓ ਪਿਆਰੇ ਵਿਦਿਆਰਥੀਓ, ਇਹ ਤਾਂ ਸੀ ਮੈਂਡਲੀਵ ਬਾਰੇ ਮੁੱਢਲੀ ਜਾਣਕਾਰੀ। ਆਓ ਹੁਣ ਆਪਾਂ ਇਸ ਸਾਰਣੀ ਦੀ ਵਿਆਖਿਆ ਵੱਲ ਚੱਲੀਏ ਅਤੇ ਇਹ ਵਿਆਖਿਆ ਮੇਰੇ ਸਾਥੀ ਸ਼੍ਰੀ ਬਲਜੀਤ ਸਿੰਘ ਜੀ ਤੁਹਾਨੂੰ ਸਮਝਾਉਣਗੇ। ਪਿਆਰੇ ਵਿਦਿਆਰਥੀਓ, ਮੈਂਡਲੀਵ ਦੀ ਸਾਰਣੀ ਨੂੰ ਸਮਝਣ ਤੋਂ ਪਹਿਲਾਂ ਆਓ ਅਸੀਂ ਪਰਮਾਣੂ ਪੁੰਜ ਬਾਰੇ ਜਾਣੀਏ। ਕਿਸੇ ਤੱਤ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟੋਨਾਂ ਅਤੇ ਨਿਊਟਰੋਨਾਂ ਦੀ ਸੰਖਿਆ ਦੇ ਕੁੱਲ ਜੋੜ ਨੂੰ ਪਰਮਾਣੂ ਪੁੰਜ ਕਿਹਾ ਜਾਂਦਾ ਹੈ। ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ, ਇਹ ਪਰਮਾਣੂ ਦਾ ਨਿਊਕਲੀਅਸ ਹੈ ਅਤੇ ਇਸ ਵਿੱਚ ਪ੍ਰੋਟੋਨ ਅਤੇ ਨਿਊਟਰੋਨ ਮੌਜੂਦ ਹੁੰਦੇ ਹਨ। ਇਹਨਾਂ ਦੋਹਾਂ ਪ੍ਰੋਟੋਨਾਂ ਅਤੇ ਨਿਊਟਰੋਨਾਂ ਦੇ ਜੋੜ ਨੂੰ ਹੀ ਅਸੀਂ ਪਰਮਾਣੂ ਪੁੰਜ ਕਹਿੰਦੇ ਹਾਂ। ਜਦੋਂ ਮੈਂਡਲੀਵ ਨੇ ਆਪਣਾ ਕੰਮ ਸ਼ੁਰੂ ਕੀਤਾ ਤਾਂ ਉਸ ਸਮੇਂ ਕੇਵਲ 63 ਤੱਤ ਹੀ ਗਿਆਤ ਸਨ। ਉਹਨਾਂ ਨੇ ਤੱਤਾਂ ਦੇ ਪਰਮਾਣੂ ਪੁੰਜ ਅਤੇ ਉਹਨਾਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚਕਾਰ
ਸਬੰਧ ਦਾ ਅਧਿਐਨ ਕੀਤਾ। ਰਸਾਇਣਿਕ ਗੁਣਾਂ ਦੇ ਸੰਬੰਧ ਵਿੱਚ ਉਹਨਾਂ ਨੇ ਆਕਸੀਜਨ ਅਤੇ ਹਾਈਡਰੋਜਨ ਨਾਲ ਬਣਨ ਵਾਲੇ ਯੌਗਿਕਾਂ ਦਾ ਅਧਿਐਨ ਕੀਤਾ। ਆਕਸੀਜਨ ਅਤੇ ਹਾਈਡਰੋਜਨ ਦੀ ਚੋਣ ਇਸ ਲਈ ਕੀਤੀ ਗਈ ਕਿਉਂਕਿ ਇਹ ਬਹੁਤ ਕਿਰਿਆਸ਼ੀਲ ਹਨ ਅਤੇ ਬਹੁਤ ਸਾਰੇ ਤੱਤਾਂ ਨਾਲ ਯੌਗਿਕ ਬਣਾਉਂਦੇ ਹਨ। ਤੱਤਾਂ ਤੋਂ ਬਣਨ ਵਾਲੇ ਹਾਈਡਰਾਈਡ ਅਤੇ ਆਕਸਾਈਡ ਦੇ ਸੂਤਰਾਂ ਨੂੰ ਤੱਤਾਂ ਦੇ ਵਰਗੀਕਰਨ ਲਈ ਮੈਂਡਲੀਫ ਦੀ ਆਵਰਤੀ ਸਾਰਣੀ ਵਿੱਚ ਤੱਤਾਂ ਦੀ ਮੂਲ ਵਿਸ਼ੇਸ਼ਤਾ ਮੰਨਿਆ ਗਿਆ। ਮੈਂਡਲੀਫ ਨੇ 63 ਤੱਤਾਂ ਦੇ ਗੁਣਾਂ ਨੂੰ 63 ਕਾਰਡਾਂ ਉੱਪਰ ਲਿਖਿਆ ਅਤੇ ਸਮਾਨ ਗੁਣਾਂ ਵਾਲੇ ਤੱਤਾਂ ਦੇ ਕਾਰਡਾਂ ਨੂੰ ਵੱਖ ਕਰ ਲਿਆ ਅਤੇ ਇਹਨਾਂ ਨੂੰ ਕੰਧ 'ਤੇ ਪਿੰਨ ਕੀਤਾ। ਅਜਿਹਾ ਕਰਨ 'ਤੇ ਉਹਨਾਂ ਨੇ ਵੇਖਿਆ ਕਿ ਬਹੁਤ ਸਾਰੇ ਤੱਤ ਪਰਮਾਣੂ ਪੁੰਜ ਦੇ ਵੱਧਦੇ ਕ੍ਰਮ ਵਿੱਚ ਆਵਰਤੀ ਸਾਰਣੀ ਵਿੱਚ ਸਥਾਨ ਪ੍ਰਾਪਤ ਕਰਦੇ ਹਨ ਅਤੇ ਇੱਕੋ ਜਿਹੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਾਲੇ ਭਿੰਨ-ਭਿੰਨ ਤੱਤ ਇੱਕ ਨਿਸ਼ਚਿਤ ਪੀਰੀਅਡ ਪਿੱਛੋਂ ਮੁੜ ਆ ਜਾਂਦੇ ਹਨ। ਇਸੇ ਆਧਾਰ 'ਤੇ ਮੈਂਡਲੀਫ ਨੇ ਆਵਰਤੀ ਸਾਰਣੀ ਬਣਾਈ ਅਤੇ ਉਹਨਾਂ ਨੇ ਇਹ ਸਿਧਾਂਤ ਦਿੱਤਾ ਕਿ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਆਵਰਤੀ ਫੰਕਸ਼ਨ ਹੁੰਦੇ ਹਨ। ਪਿਆਰੇ ਬੱਚਿਓ, ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਫੰਕਸ਼ਨ ਹੁੰਦੇ ਹਨ। ਇਸ ਦਾ ਭਾਵ ਇਹ ਹੈ ਕਿ ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜਾਂ ਉੱਪਰ ਨਿਰਭਰ ਕਰਦੇ ਹਨ ਅਤੇ ਇੱਥੇ ਆਵਰਤੀ ਸ਼ਬਦ ਦਾ ਭਾਵ ਹੈ ਕਿ ਤੱਤਾਂ ਦੇ ਜੋ ਗੁਣ ਹਨ ਉਹ ਇੱਕ ਨਿਸ਼ਚਿਤ ਵਕਫੇ ਪਿੱਛੋਂ ਮੁੜ ਦੁਹਰਾਏ ਜਾਂਦੇ ਹਨ। ਪਿਆਰੇ ਵਿਦਿਆਰਥੀਓ, ਆਓ ਹੁਣ ਆਪਾਂ ਗਰੁੱਪ ਅਤੇ ਪੀਰੀਅਡ ਬਾਰੇ ਜਾਣੀਏ। ਖਤੀਜੀ ਕਤਾਰਾਂ ਜੋ ਖੱਬੇ ਤੋਂ ਸੱਜੇ ਜਾਂਦੀਆਂ ਹਨ ਨੂੰ ਪੀਰੀਅਡ ਕਿਹਾ ਜਾਂਦਾ ਹੈ ਅਤੇ ਲੰਬਕਾਰੀ ਕਾਲਮ ਜੋ ਉੱਪਰ ਤੋਂ ਹੇਠਾਂ ਨੂੰ ਜਾਂਦੇ ਹਨ ਨੂੰ ਗਰੁੱਪ ਜਾਂ ਸਮੂਹ ਕਿਹਾ ਜਾਂਦਾ ਹੈ। ਜਿਵੇਂ ਨਾਲ ਦਿੱਤੇ ਚਿੱਤਰ ਵਿੱਚ ਖੱਬੇ ਤੋਂ ਸੱਜੇ ਜਾਂਦੀਆਂ ਕਤਾਰਾਂ ਨੂੰ ਪੀਰੀਅਡ ਕਿਹਾ ਜਾਂਦਾ ਹੈ ਅਤੇ ਲੰਬਕਾਰੀ ਕਾਲਮ ਉੱਪਰ ਤੋਂ ਹੇਠਾਂ ਨੂੰ ਗਰੁੱਪ ਜਾਂ ਸਮੂਹ ਕਿਹਾ ਜਾਂਦਾ ਹੈ। ਆਓ ਇਸ ਉਦਾਹਰਨ ਦੀ ਮਦਦ ਨਾਲ ਅਸੀਂ ਮੈਂਡਲੀਫ ਦੀ ਆਵਰਤੀ ਸਾਰਣੀ ਦੇ ਗਰੁੱਪ ਅਤੇ ਪੀਰੀਅਡਸ ਨੂੰ ਜਾਣੀਏ। ਚਿੱਤਰ ਵਿੱਚ ਦਿਖਾਈ ਸਾਰਣੀ ਵਿੱਚ ਖੱਬੇ ਤੋਂ ਸੱਜੇ ਜਾਂਦੀਆਂ ਖਤੀਜੀ ਕਤਾਰਾਂ ਨੂੰ ਪੀਰੀਅਡਸ ਕਿਹਾ ਜਾਂਦਾ ਹੈ ਅਤੇ ਲੰਬਾਤਮਕ ਕਾਲਮਸ ਨੂੰ ਗਰੁੱਪ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਮੈਂਡਲੀਫ ਦੀ ਆਵਰਤੀ ਸਾਰਣੀ ਬਾਰੇ ਜਾਣੀਏ। ਅਸੀਂ ਦੇਖਦੇ ਹਾਂ ਕਿ ਮੈਂਡਲੀਫ ਦੀ ਆਵਰਤੀ ਸਾਰਣੀ ਵਿੱਚ ਸਾਨੂੰ ਕੁੱਲ 8 ਗਰੁੱਪ ਦਿਖਾਈ ਦੇ ਰਹੇ ਹਨ ਅਤੇ ਜੇਕਰ ਅਸੀਂ ਖੱਬੇ ਹੱਥ ਝਾਤ ਮਾਰੀਏ ਤਾਂ ਸਾਨੂੰ ਕੁੱਲ 6 ਪੀਰੀਅਡਸ ਦਿਖਾਈ ਦੇ ਰਹੇ ਹਨ। ਤੋ ਅਸੀਂ ਯਾਦ ਰੱਖਣਾ ਹੈ ਕਿ ਮੈਂਡਲੀਫ ਦੀ ਆਵਰਤੀ ਸਾਰਣੀ ਵਿੱਚ 8 ਗਰੁੱਪ ਅਤੇ 6 ਪੀਰੀਅਡ ਹੁੰਦੇ ਹਨ। ਜਦੋਂ ਅਸੀਂ ਮੈਂਡਲੀਫ ਦੀ ਆਵਰਤੀ ਸਾਰਣੀ ਵੱਲ
ਝਾਤ ਮਾਰਦੇ ਹਾਂ ਤਾਂ ਸਾਨੂੰ ਕਾਲਮ ਦੇ ਸਿਖਰ ਤੇ ਆਕਸਾਈਡ ਅਤੇ ਹਾਈਡਰਾਈਡ ਦਿਖਾਈ ਦਿੰਦੇ ਹਨ। ਇੱਥੇ ਦਿਖਾਏ ਗਏ ਆਕਸਾਈਡ ਅਤੇ ਹਾਈਡਰਾਈਡ ਵਿੱਚ ਅੰਗਰੇਜ਼ੀ ਅੱਖਰ R ਕਾਲਮ ਦੇ ਕਿਸੇ ਵੀ ਤੱਤ ਨੂੰ ਦਰਸਾਉਂਦਾ ਹੈ। ਆਓ ਹੁਣ ਅਸੀਂ R2O, RH, RO, RH2 ਆਦਿ ਦਾ ਮਤਲਬ ਜਾਣੀਏ। RO, R2O ਇਹ ਤੱਤਾਂ ਦੇ ਆਕਸਾਈਡਾਂ ਨੂੰ ਦਰਸਾਉਂਦੇ ਹਨ। ਉਦਾਹਰਨ ਵਜੋਂ ਅਗਰ ਕਿਸੇ ਕਾਲਮ ਉੱਪਰ RO ਲਿਖਿਆ ਹੋਇਆ ਹੈ ਤਾਂ ਇਸ ਦਾ ਭਾਵ ਹੈ ਕਿ ਉਹ ਤੱਤ ਆਕਸੀਜਨ ਦੇ ਇੱਕ ਪਰਮਾਣੂ ਨਾਲ ਮਿਲਦੇ ਹਨ ਅਤੇ ਇੱਕ ਅਣੂ ਦਾ ਨਿਰਮਾਣ ਕਰਦੇ ਹਨ, ਜਿਵੇਂ ਮੈਗਨੀਸ਼ੀਅਮ ਆਕਸਾਈਡ, ਕੈਲਸ਼ੀਅਮ ਆਕਸਾਈਡ, ਜ਼ਿੰਕ ਆਕਸਾਈਡ। ਅਤੇ R2O ਦਾ ਭਾਵ ਹੈ ਕਿ ਤੱਤ ਦੇ ਦੋ ਪਰਮਾਣੂ ਆਕਸੀਜਨ ਦੇ ਇੱਕ ਪਰਮਾਣੂ ਨਾਲ ਮਿਲਦੇ ਹਨ ਅਤੇ ਲੀਥੀਅਮ ਆਕਸਾਈਡ, ਸੋਡੀਅਮ ਆਕਸਾਈਡ ਅਤੇ ਪੋਟਾਸ਼ੀਅਮ ਆਕਸਾਈਡ ਬਣਾਉਂਦੇ ਹਨ। ਇਸੇ ਤਰ੍ਹਾਂ R2O3 ਦਾ ਭਾਵ ਹੈ ਐਲੂਮੀਨੀਅਮ ਆਕਸਾਈਡ, ਅਤੇ ਸਾਰਣੀ ਦੇ ਉੱਪਰ ਲਿਖੇ ਹੋਏ RH, RH2 ਤੱਤਾਂ ਦੇ ਹਾਈਡਰਾਈਡ ਨੂੰ ਦਰਸਾਉਂਦੇ ਹਨ। ਕਾਲਮ ਦੇ ਉੱਪਰ ਲਿਖਿਆ RH ਦਰਸਾਉਂਦਾ ਹੈ ਕਿ ਉਸ ਕਾਲਮ ਵਿੱਚ ਮੌਜੂਦ ਤੱਤ ਹਾਈਡਰੋਜਨ ਦੇ ਇੱਕ ਪਰਮਾਣੂ ਨਾਲ ਮਿਲ ਕੇ ਲੀਥੀਅਮ ਹਾਈਡਰਾਈਡ, ਸੋਡੀਅਮ ਹਾਈਡਰਾਈਡ, ਪੋਟਾਸ਼ੀਅਮ ਹਾਈਡਰਾਈਡ ਦਾ ਇੱਕ ਅਣੂ ਬਣਾਉਂਦੇ ਹਨ। ਇਸੇ ਤਰ੍ਹਾਂ RH2 ਦਾ ਭਾਵ ਹੈ ਕਿ ਉਸ ਕਾਲਮ ਵਿੱਚ ਮੌਜੂਦ ਪਰਮਾਣੂ ਹਾਈਡਰੋਜਨ ਦੇ ਦੋ ਤੱਤਾਂ ਨਾਲ ਮਿਲਦਾ ਹੈ ਅਤੇ ਮੈਗਨੀਸ਼ੀਅਮ ਆਕਸਾਈਡ, ਕੈਲਸ਼ੀਅਮ ਆਕਸਾਈਡ, ਜ਼ਿੰਕ ਆਕਸਾਈਡ ਬਣਾਉਂਦਾ ਹੈ। ਹੁਣ ਅਸੀਂ ਤੱਤਾਂ ਦੇ ਆਕਸਾਈਡ ਅਤੇ ਹਾਈਡਰਾਈਡਾਂ ਬਾਰੇ ਜਾਣ ਚੁੱਕੇ ਹਾਂ। ਆਓ ਅਸੀਂ ਮੈਡਲਿਫ ਦੀ ਆਵਰਤੀ ਸਾਰਣੀ ਬਾਰੇ ਹੋਰ ਜਾਣੀਏ। ਤੁਸੀਂ ਸਾਰਣੀ ਵਿੱਚ ਲਿਖੇ ਤੱਤਾਂ ਨੂੰ ਧਿਆਨ ਨਾਲ ਦੇਖੋ। ਇਹਨਾਂ ਵਿੱਚ ਹਰ ਇੱਕ ਤੱਤ ਦੇ ਨੀਚੇ ਤੁਹਾਨੂੰ ਇੱਕ ਸੰਖਿਆ ਲਿਖੀ ਹੋਈ ਦਿਖਾਈ ਦਿੰਦੀ ਹੈ। ਇਹ ਸੰਖਿਆ ਕੀ ਦਰਸਾਉਂਦੀ ਹੈ? ਇਹ ਸੰਖਿਆ ਉਸ ਤੱਤ ਦੇ ਪਰਮਾਣੂ ਪੁੰਜ ਨੂੰ ਦਰਸਾਉਂਦੀ ਹੈ। ਤੁਸੀਂ ਇਹ ਵੀ ਨੋਟ ਕਰਦੇ ਹੋ ਕਿ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਪਰਮਾਣੂ ਪੁੰਜ ਲਗਾਤਾਰ ਵਧ ਰਿਹਾ ਹੈ ਅਤੇ ਕਾਲਮ ਵਿੱਚ ਵੀ ਉੱਪਰ ਤੋਂ ਹੇਠਾਂ ਵੱਲ ਆਉਂਦੇ ਹੋਏ ਪਰਮਾਣੂ ਪੁੰਜ ਲਗਾਤਾਰ ਵਧ ਰਿਹਾ ਹੈ। ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਮੈਡਲਿਫ ਨੇ ਤੱਤਾਂ ਨੂੰ ਉਹਨਾਂ ਦੇ ਪਰਮਾਣੂ ਪੁੰਜਾਂ ਦੇ ਵਧਦੇ ਕ੍ਰਮ ਵਿੱਚ ਵਿਵਸਥਿਤ ਕੀਤਾ। ਪਿਆਰੇ ਵਿਦਿਆਰਥੀਓ, ਤੁਸੀਂ ਇਹ ਨੋਟ ਕਰਨਾ ਹੈ ਕਿ ਇੱਕ ਕਾਲਮ ਵਿੱਚ ਮੌਜੂਦ ਸਾਰੇ ਤੱਤਾਂ ਦੇ ਭੌਤਿਕ ਅਤੇ ਰਸਾਇਣਕ ਗੁਣ ਇੱਕ ਸਮਾਨ ਹੁੰਦੇ ਹਨ। ਹੁਣ ਤੱਕ ਤੁਸੀਂ ਮੈਡਲਿਫ ਦੀ ਆਵਰਤੀ ਸਾਰਣੀ ਬਾਰੇ ਜਾਣ ਚੁੱਕੇ ਹੋ। ਆਓ ਹੁਣ ਅਸੀਂ ਮੈਡਲਿਫ ਦੀ ਆਵਰਤੀ ਸਾਰਣੀਆਂ ਦੀਆਂ ਪ੍ਰਾਪਤੀ ਬਾਰੇ ਪੜ੍ਹਦੇ ਹਾਂ।
ਇੱਕੋ ਜਿਹੀ ਵਿਸ਼ੇਸ਼ਤਾ ਵਾਲੇ ਤੱਤ ਇਕੱਠੇ ਹੁੰਦੇ ਹਨ। ਇਸ ਲਈ ਯੋਜਨਾਬੱਧ ਢੰਗ ਨਾਲ ਵੱਡੀ ਗਿਣਤੀ ਵਿੱਚ ਤੱਤਾਂ ਦੀ ਵਿਸ਼ੇਸ਼ਤਾ ਨੂੰ ਯਾਦ ਰੱਖਣਾ ਬਹੁਤ ਲਾਭਦਾਇਕ ਹੁੰਦਾ ਹੈ। ਪਿਆਰੇ ਬੱਚਿਓ, ਜਿਸ ਤਰ੍ਹਾਂ ਅਸੀਂ ਸਾਰਣੀ ਵਿੱਚ ਦੇਖਿਆ ਕਿ ਇੱਕ ਕਾਲਮ ਵਿੱਚ ਮੌਜੂਦ ਸਾਰੇ ਤੱਤਾਂ ਦੇ ਗੁਣ ਸਮਾਨ ਹੁੰਦੇ ਹਨ, ਇਸ ਦੇ ਕਰਕੇ ਸਾਨੂੰ ਇਹਨਾਂ ਦੇ ਗੁਣਾਂ ਨੂੰ ਯਾਦ ਰੱਖਣਾ ਆਸਾਨ ਹੁੰਦਾ ਹੈ। ਮੈਂਡਲੀਫ ਨੇ ਆਪਣੀ ਸਾਰਣੀ ਵਿੱਚ ਨਵੇਂ ਤੱਤਾਂ ਦੀ ਭਵਿੱਖਬਾਣੀ ਕੀਤੀ। ਮੈਂਡਲੀਫ ਨੇ ਆਪਣੀ ਆਵਰਤੀ ਸਾਰਣੀ ਵਿੱਚ ਕੁਝ ਖਾਲੀ ਥਾਂ ਛੱਡ ਦਿੱਤੇ ਅਤੇ ਅਜਿਹੇ ਤੱਤਾਂ ਦੀ ਹੋਂਦ ਦਾ ਅਨੁਮਾਨ ਲਗਾਇਆ ਜੋ ਉਸ ਸਮੇਂ ਗਿਆਤ ਨਹੀਂ ਸਨ। ਉਹਨਾਂ ਦਾ ਨਾਮਕਰਨ ਮੈਂਡਲੀਫ ਨੇ ਉਸੇ ਗਰੁੱਪ ਵਿੱਚ ਉਸ ਤੋਂ ਪਹਿਲਾਂ ਆਉਣ ਵਾਲੇ ਤੱਤ ਦੇ ਨਾਂ ਨਾਲ ਏਕਾ ਅਗੇਤਰ ਲਗਾ ਕੇ ਕੀਤਾ, ਜਿਵੇਂ ਏਕਾ ਬੋਰਾਨ, ਏਕਾ ਐਲੂਮੀਨੀਅਮ ਅਤੇ ਏਕਾ ਸਿਲੀਕਾਨ, ਜਿਨ੍ਹਾਂ ਦੇ ਗੁਣ ਬਾਅਦ ਵਿੱਚ ਗਿਆਤ ਹੋਏ ਤੱਤ ਕਰਮਬਾਰ, ਸਕੈਂਡੀਅਮ, ਗੈਲੀਅਮ ਅਤੇ ਜਰਮੇਨੀਅਮ ਨਾਲ ਮਿਲਦੇ ਸਨ। ਮੈਂਡਲੀਫ ਨੇ ਏਕਾ ਐਲੂਮੀਨੀਅਮ ਦਾ ਅੰਦਾਜ਼ਾ 1871 ਈਸਵੀ ਵਿੱਚ ਲਗਾਇਆ ਅਤੇ 1875 ਵਿੱਚ ਖੋਜੇ ਗਏ ਤੱਤ ਗੈਲੀਅਮ ਦੇ ਗੁਣ ਏਕਾ ਐਲੂਮੀਨੀਅਮ ਨਾਲ ਬਿਲਕੁਲ ਮਿਲਦੇ ਜੁਲਦੇ ਸਨ। ਇਸ ਤੋਂ ਮੈਂਡਲੀਫ ਦੀ ਆਵਰਤੀ ਸਾਰਣੀ ਦੇ ਵਿੱਚ ਜੋ ਉਸਨੇ ਅੰਦਾਜ਼ਾ ਲਗਾਇਆ ਸੀ ਤੱਤਾਂ ਬਾਰੇ, ਉਸ ਨਿਯਮ ਨੂੰ ਹੋਰ ਬਲ ਮਿਲਿਆ। ਨੋਬਲ ਗੈਸਾਂ ਜਿਵੇਂ ਹੀਲੀਅਮ, ਜਿਸ ਦਾ ਸੰਕੇਤ He ਹੈ, ਨਿਆਨ Ne ਅਤੇ ਆਰਗਨ Ar, ਇਹਨਾਂ ਗੈਸਾਂ ਦਾ ਪਤਾ ਕਾਫੀ ਦੇਰ ਬਾਅਦ ਲੱਗਿਆ ਕਿਉਂਕਿ ਇਹ ਬਹੁਤ ਅਕਿਰਿਆਸ਼ੀਲ ਹਨ ਅਤੇ ਇਹਨਾਂ ਦੀ ਵਾਯੂਮੰਡਲ ਵਿੱਚ ਮਾਤਰਾ ਵੀ ਬਹੁਤ ਘੱਟ ਹੈ। ਮੈਂਡਲੀਫ ਦੀ ਸਾਰਣੀ ਦੀ ਇੱਕ ਵਿਸ਼ੇਸ਼ਤਾ ਇਹ ਵੀ ਸੀ ਕਿ ਜਦੋਂ ਇਹ ਗੈਸਾਂ ਦਾ ਪਤਾ ਲੱਗਾ ਤਾਂ ਪਹਿਲੀ ਤਰਤੀਬ ਨੂੰ ਛੇੜੇ ਬਿਨਾਂ ਹੀ ਉਹਨਾਂ ਨੂੰ ਇੱਕ ਨਵੇਂ ਗਰੁੱਪ ਵਿੱਚ ਰੱਖਿਆ ਜਾ ਸਕਿਆ। ਪਿਆਰੇ ਵਿਦਿਆਰਥੀਓ, ਆਪਾਂ ਨੇ ਮੈਂਡਲੀ ਆਵਰਤੀ ਸਾਰਣੀ ਦੀ ਵਿਆਖਿਆ ਅਤੇ ਉਸ ਦੀਆਂ ਪ੍ਰਾਪਤੀਆਂ ਬਾਰੇ ਪੜ੍ਹਿਆ ਹੈ। ਆਓ ਹੁਣ ਆਪਾਂ ਮੈਂਡਲੀ ਆਵਰਤੀ ਸਾਰਣੀ ਦੀਆਂ ਸੀਮਾਵਾਂ ਬਾਰੇ ਜਾਣੀਏ। ਹਾਈਡਰੋਜਨ ਦੀ ਸਥਿਤੀ। ਹਾਈਡਰੋਜਨ ਨੂੰ ਆਵਰਤੀ ਸਾਰਣੀ ਵਿੱਚ ਨਿਸ਼ਚਿਤ ਥਾਂ ਨਹੀਂ ਦਿੱਤੀ ਜਾ ਸਕੀ ਕਿਉਂਕਿ ਹਾਈਡਰੋਜਨ ਅਲਕਲੀ ਧਾਤਾਂ ਵਾਂਗ ਆਕਸੀਜਨ ਅਤੇ ਸਲਫਰ ਨਾਲ ਯੋਗਿਕ ਬਣਾਉਂਦੀ ਹੈ ਅਤੇ ਹੈਲੋਜਨ ਦੀ ਤਰ੍ਹਾਂ ਦੋ ਪਰਮਾਣਵੀ ਅਣੂ ਵੀ ਬਣਾਉਂਦੀ ਹੈ ਅਤੇ ਹਾਈਡਰੋਜਨ ਦੀ ਸਥਿਤੀ ਇਸ ਆਵਰਤੀ ਸਾਰਣੀ ਦੇ ਵਿੱਚ ਚੰਗੀ ਤਰ੍ਹਾਂ ਪਰਿਭਾਸ਼ਿਤ ਨਹੀਂ ਕੀਤੀ ਜਾ ਸਕੀ। ਇਹ ਇਸ ਦੀ ਪਹਿਲੀ ਖਾਮੀ ਸੀ। ਦੂਜਾ, ਅਸਧਾਰਨ ਜੋੜਾ। ਤੱਤਾਂ ਦੇ ਕੁਝ ਜੋੜਿਆਂ ਵਿੱਚ ਪਰਮਾਣੂ ਤੱਤਾਂ ਦੇ ਵੱਧ ਰਹੇ ਕ੍ਰਮ ਦੀ ਪਾਲਣਾ ਨਹੀਂ ਕੀਤੀ ਗਈ ਸੀ। ਉਦਾਹਰਨ ਵਜੋਂ ਕੋਬਾਲਟ ਨੂੰ ਨਿਕਲ ਤੋਂ ਪਹਿਲਾਂ ਰੱਖਿਆ ਗਿਆ ਅਤੇ ਟੈਲੂਰੀਅਮ ਨੂੰ ਆਇਓਡੀਨ ਤੋਂ ਪਹਿਲਾਂ ਰੱਖਿਆ ਗਿਆ, ਜੋ ਅਹੁਦੇ ਜਾਇਜ਼ ਨਹੀਂ ਸਨ। ਆਓ ਇਸ ਨੂੰ ਆਪਾਂ ਇੱਕ ਚਿੱਤਰ ਰਾਹੀਂ ਦੇਖੀਏ। ਇਸ ਚਿੱਤਰ ਦੇ ਵਿੱਚ ਕੋਬਾਲਟ ਅਤੇ ਨਿਕਲ ਨੂੰ ਦਰਸਾਇਆ ਗਿਆ। ਕੋਬਾਲਟ, ਜਿਸ ਦਾ ਪਰਮਾਣੂ ਅੰਕ 27 ਹੈ ਅਤੇ ਪਰਮਾਣੂ ਪੁੰਜ 58.93 ਹੈ, ਅਤੇ ਇਸ ਦੇ ਨਾਲ ਨਿਕਲ, ਜਿਸ ਦਾ ਪਰਮਾਣੂ ਅੰਕ 28 ਹੈ ਅਤੇ ਪਰਮਾਣੂ ਪੁੰਜ 58.69 ਹੈ। ਪਿਆਰੇ ਵਿਦਿਆਰਥੀਓ, ਕੋਬਾਲਟ ਨੂੰ ਨਿਕਲ ਤੋਂ ਪਹਿਲਾਂ ਰੱਖਿਆ ਹੈ ਕਿਉਂਕਿ ਇਸ ਦੇ ਵਿੱਚ ਉਹਨੇ ਕਿਹਾ
ਕਿ ਇਹਨਾਂ ਦਾ ਪਰਮਾਣੂ ਪੁੰਜ ਨਿਕਲ ਤੋਂ ਜ਼ਿਆਦਾ ਹੈ। ਆਓ ਹੁਣ ਅਸੀਂ ਸਾਰਣੀ ਵਿੱਚ ਕੁਝ ਅਜਿਹੇ ਜੋੜੇ ਲੱਭੀਏ। ਪਿਆਰੇ ਵਿਦਿਆਰਥੀਓ, ਆਪਾਂ ਨੇ ਕੋਬਾਲਟ ਅਤੇ ਨਿਕਲ ਦੀ ਗੱਲ ਕੀਤੀ ਸੀ। ਇਸ ਵਿੱਚ ਸਾਰਣੀ ਵਿੱਚ ਦੇਖੋ ਧਿਆਨ ਨਾਲ, ਕੋਬਾਲਟ ਅਤੇ ਨਿਕਲ। ਕੋਬਾਲਟ ਜਿਸ ਦਾ ਪਰਮਾਣੂ ਪੁੰਜ 58.93 ਅਤੇ ਨਿਕਲ ਜਿਸ ਦਾ ਪਰਮਾਣੂ ਪੁੰਜ 58.71 ਹੈ। ਕੋਬਾਲਟ ਨੂੰ ਨਿਕਲ ਤੋਂ ਪਹਿਲਾਂ ਲਿਖਿਆ ਹੋਇਆ ਅਤੇ ਇਸੇ ਤਰ੍ਹਾਂ ਟੈਲੂਰੀਅਮ ਅਤੇ ਆਇਓਡੀਨ। ਟੈਲੂਰੀਅਮ ਨੂੰ ਵੀ ਆਇਓਡੀਨ ਤੋਂ ਪਹਿਲਾਂ ਲਿਖਿਆ ਹੋਇਆ, ਜਦਕਿ ਉਸ ਦਾ ਪਰਮਾਣੂ ਪੁੰਜ ਆਇਓਡੀਨ ਤੋਂ ਕਿਤੇ ਵੱਧ ਹੈ। ਪਿਆਰੇ ਵਿਦਿਆਰਥੀਓ, ਕੀ ਤੁਸੀਂ ਅਜਿਹਾ ਇੱਕ ਹੋਰ ਜੋੜਾ ਇਸ ਸਾਰਣੀ ਦੇ ਵਿੱਚ ਲੱਭ ਸਕਦੇ ਹੋ? ਇਸ ਦੇ ਵਿੱਚ ਇੱਕ ਜੋੜਾ ਹੋਰ ਹੈ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਐਲੂਮੀਨੀਅਮ ਅਤੇ ਸਿਲੀਕਾਨ। ਐਲੂਮੀਨੀਅਮ ਜਿਸ ਦਾ ਪਰਮਾਣੂ ਪੁੰਜ 29.98 ਹੈ ਅਤੇ ਸਿਲੀਕਾਨ ਜਿਸ ਦਾ ਪਰਮਾਣੂ ਪੁੰਜ 28.09 ਹੈ। ਪਿਆਰੇ ਵਿਦਿਆਰਥੀਓ, ਇਸ ਸਾਰਣੀ ਦੇ ਵਿੱਚ ਆਪਾਂ ਨੇ ਦੇਖਿਆ ਹੈ ਕਿ ਕੁਝ ਤੱਤ ਜਿਨ੍ਹਾਂ ਦੇ ਪਰਮਾਣੂ ਪੁੰਜ ਦੂਸਰਿਆਂ ਨਾਲੋਂ ਜ਼ਿਆਦਾ ਹਨ, ਉਸ ਨੂੰ ਸਾਰਣੀ ਵਿੱਚ ਪਹਿਲਾਂ ਰੱਖਿਆ ਹੋਇਆ ਹੈ। ਜਿਵੇਂ ਕੋਬਾਲਟ ਤੇ ਨਿਕਲ, ਟੈਲੂਰੀਅਮ ਤੇ ਆਇਓਡੀਨ ਅਤੇ ਐਲੂਮੀਨੀਅਮ ਤੇ ਸਿਲੀਕਾਨ ਆਪਾਂ ਦੇਖ ਹੀ ਚੁੱਕੇ ਹਾਂ। ਇਹ ਤੱਤ ਮੈਂਡਲੀਵ ਦੀ ਆਵਰਤੀ ਸਾਰਣੀ ਦੇ ਸਿਧਾਂਤ ਦੇ ਉਲਟ ਕੰਮ ਕਰ ਰਹੇ ਹਨ ਅਤੇ ਇਹ ਮੈਂਡਲੀਵ ਦੀ ਆਵਰਤੀ ਸਾਰਣੀ ਦੀ ਦੂਸਰੀ ਕਮੀ ਸੀ। ਤੀਜਾ, ਸਮਸਥਾਨਕਾਂ ਦੀ ਸਥਿਤੀ। ਸਮਸਥਾਨਕ ਇੱਕੋ ਤੱਤ ਦੇ ਪਰਮਾਣੂ ਹੁੰਦੇ ਹਨ ਜਿਨ੍ਹਾਂ ਦੀ ਪਰਮਾਣੂ ਸੰਖਿਆ ਇੱਕ ਸਮਾਨ ਹੁੰਦੀ ਹੈ ਅਤੇ ਪਰਮਾਣੂ ਪੁੰਜ ਵੱਖ-ਵੱਖ ਹੁੰਦੇ ਹਨ। ਇਸ ਲਈ ਮੈਂਡਲੀਵ ਦੇ ਵਰਗੀਕਰਨ ਦੇ ਅਨੁਸਾਰ ਇਹਨਾਂ ਨੂੰ ਆਪਣੇ ਪਰਮਾਣੂ ਪੁੰਜ ਦੇ ਆਧਾਰ 'ਤੇ ਵੱਖ-ਵੱਖ ਥਾਵਾਂ 'ਤੇ ਰੱਖਿਆ ਜਾਣਾ ਚਾਹੀਦਾ ਹੈ। ਉਦਾਹਰਨ ਦੇ ਲਈ ਹਾਈਡਰੋਜਨ ਦੇ 3 ਸਮਸਥਾਨ ਹੁੰਦੇ ਹਨ ਜਿਨ੍ਹਾਂ ਦਾ ਪਰਮਾਣੂ ਪੁੰਜ ਕ੍ਰਮਵਾਰ 1, 2 ਅਤੇ 3 ਹੁੰਦਾ ਹੈ। ਇਹਨਾਂ ਨੂੰ 3 ਸਥਾਨਾਂ 'ਤੇ ਰੱਖਿਆ ਜਾਣਾ ਚਾਹੀਦਾ ਹੈ, ਪਰ ਮੈਂਡਲੀਵ ਦੀ ਆਵਰਤੀ ਸਾਰਣੀ ਵਿੱਚ ਇਹਨਾਂ ਨੂੰ ਵੱਖਰੇ ਸਥਾਨ ਨਹੀਂ ਦਿੱਤੇ ਗਏ, ਜੋ ਕਿ ਮੈਂਡਲੀਵ ਦੀ ਆਵਰਤੀ ਸਾਰਣੀ ਦੀ ਤੀਸਰੀ ਕਮੀ ਸੀ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਮੈਂਡਲੀਵ ਦੀ ਆਵਰਤੀ ਸਾਰਣੀ ਦੀ ਵਿਆਖਿਆ, ਪ੍ਰਾਪਤੀ ਅਤੇ ਸੀਮਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਆਓ ਹੁਣ ਆਪਾਂ ਇਸ ਦੀ ਥੋੜ੍ਹੀ ਜਿਹੀ ਦੁਹਰਾਈ ਕਰੀਏ। ਮੈਂਡਲੀਵ ਆਵਰਤੀ ਸਾਰਣੀ ਦੀ ਦੁਹਰਾਈ। ਮੈਂਡਲੀਵ ਦੀ ਆਵਰਤੀ ਸਾਰਣੀ ਦਾ ਸਿਧਾਂਤ। ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਆਵਰਤੀ ਫੰਕਸ਼ਨ ਫਲਨ ਹੁੰਦੇ ਹਨ। ਨਵੇਂ ਤੱਤਾਂ ਦੀ ਭਵਿੱਖਬਾਣੀ। ਗੈਲੀਅਮ ਏਕਾ ਐਲੂਮੀਨੀਅਮ, ਜਰਮੇਨੀਅਮ ਏਕਾ ਸਿਲੀਕਾਨ, ਸਕੈਂਡੀਅਮ ਏਕਾ ਬੋਰਾਨ। ਗਰੁੱਪ ਅਤੇ ਪੀਰੀਅਡ। ਖਤਿਜੀ ਕਤਾਰਾਂ ਜੋ ਖੱਬੇ ਤੋਂ ਸੱਜੇ ਜਾਂਦੀਆਂ ਹਨ ਨੂੰ ਪੀਰੀਅਡਸ ਕਿਹਾ ਜਾਂਦਾ ਹੈ ਅਤੇ ਲੰਬਕਾਰੀ ਕਾਲਮ ਉੱਪਰ ਤੋਂ ਹੇਠਾਂ ਨੂੰ ਗਰੁੱਪ ਜਾਂ ਸਮੂਹ ਕਿਹਾ ਜਾਂਦਾ ਹੈ। ਘਰ ਦਾ ਕੰਮ। ਪ੍ਰਸ਼ਨ ਨੰਬਰ 1। ਪਿਆਰੇ ਵਿਦਿਆਰਥੀਓ, ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਘਰੇ ਖੁਦ ਕਰਕੇ ਦੇਖਣਾ ਹੈ। ਮੈਂਡਲੀਵ ਦੀ ਆਵਰਤੀ ਸਾਰਣੀ ਦੀ ਵਰਤੋਂ ਕਰਕੇ ਹੇਠ ਲਿਖੇ ਤੱਤਾਂ ਦੇ ਆਕਸਾਈਡਾਂ ਦੇ ਸੂਤਰਾਂ ਦਾ ਅਨੁਮਾਨ ਲਗਾਓ। ਪਹਿਲਾ ਹੈਗਾ ਪੋਟਾਸ਼ੀਅਮ, ਦੂਜਾ ਕਾਰਬਨ,
ਤੀਜਾ ਐਲੂਮੀਨੀਅਮ, ਚੌਥਾ ਸਿਲੀਕੌਨ ਅਤੇ ਪੰਜਵਾਂ ਬੇਰੀਅਮ। ਤੁਸੀਂ ਇਹਨਾਂ ਦੇ ਆਕਸਾਈਡਾਂ ਦੇ ਸੂਤਰਾਂ ਦਾ ਅਨੁਮਾਨ ਲਗਾਉਣਾ ਹੈ ਕਿ ਕੀ ਹੋ ਸਕਦੇ ਹਨ। ਪ੍ਰਸ਼ਨ ਨੰਬਰ 2, ਸਾਰਣੀ ਵਿੱਚ ਮੌਜੂਦ ਉਹ ਤੱਤਾਂ ਦੇ ਜੋੜੇ ਲਿਖੋ ਜੋ ਤੱਤਾਂ ਦੇ ਪਰਮਾਣੂ ਪੁੰਜ ਦੇ ਵਾਧੇ ਕ੍ਰਮ ਅਨੁਸਾਰ ਵਿਵਸਥਿਤ ਨਹੀਂ ਕੀਤੇ ਜਾ ਸਕੇ। ਪਿਆਰੇ ਵਿਦਿਆਰਥੀਓ, ਸਾਨੂੰ ਉਮੀਦ ਹੈ ਕਿ ਤੁਹਾਨੂੰ ਮੈਂਡਲੀਓ ਵਰਤੀ ਸਾਰਣੀ ਚੰਗੀ ਤਰੀਕੇ ਨਾਲ ਸਮਝ ਆ ਗਈ ਹੋਵੇਗੀ। ਧੰਨਵਾਦ।